नानक होत निहाल, सगल द्वार को छाड़ के गयो तुहारो द्वार। बाहें गहे की लाज अस, गोविंद दास तुहार। सम्मानयोग गुरु की साजी हुई गुरु रूप साध संगत जी, गुरबाणी दी विचार नूं आरंभ करिए। उस तो प्रथम सनिमर फतेह प्रवान करनी जी। वाहिगुरु जी का खालसा, वाहिगुरु जी की फतेह। अज दा जो पावन बचन है, ये शहीदां दे सिरताज, शांति दे पुंज गुरु अर्जन देव जी महाराज, उन्हां दी रसना तो गायन किया होया है, जो कि राग धनासरी दे अंदर 677 अंग तो आरंभ हो के 678 अंग ते संपूर्ण हुंदा है। ये शब्द गुरु अर्जन देव जी महाराज जी का है, जो कि इस शब्द के अंदर ईत ऊत नहीं बिछड़ै, सो संगी गणिए, बिन सजाए जो निमख में, सो अल्प सुख भणिए। गुरु अर्जन देव जी इत्थे अल्प सुख की गल करते आ। धनासरी महला पंजवा, धनासरी राग का जो शब्द आ, अल्प सुख कहते ने थोड़े समय का सुख, जां इसनूं विद्वान मानते आ ओछा सुख, जिहड़ा कि सानूं लगदा सुख आ पर असल दे विच सुख नहीं हुंदा, अल्प सुख। जह जह पेखों तै हजूर, दूर कतो ना जाई। जिधर भी मैं गुरु अर्जन देव जी कहते जाना हाँ, जिस जगह ते भी उत्थे मैं हजूर जी नूं परमात्मा नूं वेखदा हाँ, वो दूर कतो ना जाई। वो किते भी दूर नहीं इंसान तो, असीं जिथे हाँ वो उत्थे है। असीं जिथे भी जाने हाँ उत्थे वो साडे नाल हुंदा। असीं जिथे जाके बहने हाँ, कोई भी जगह होवे उहदे तो दूर नहीं। इस करके बहुत नेड़े आ, बहुत नेड़े। रव रहया सरबत्तर मैं, मन सदा ध्याई। जिहड़ा वो सारियां विच पूरिया होया वा, सारियां विच रमिया होया वा, मेरा मन उन्होंने याद करना पसंद करदा। मैं उन्होंने याद करदा जो सब दे अंदर है। रव रहया सरबत्तर मैं, मन सदा ध्याई। अगे फिर वो अल्प सुख की गल करते आ। ईत ऊत नहीं बिछड़ै, सो संगी गणिए, बिन सजाए जो निमख में, सो अल्प सुख भणिए। ये हुक्मनामे का केंद्री भाव आ। हुण गुरु साहिब जी वाला जिहड़ा आनंद आ, वो इत्थे भी उत्थे भी, एक ये यहाँ एक वो यहाँ, एक जदों तक साह चलते आ तब तक ये यहाँ, जदों साह खत्म हो गए फिर वो यहाँ। इस तरह ईत ऊत नहीं बिछड़ै। इत्थे भी ते दरगाह विच भी, दोनों जगह ते
ਉਹ ਮਾਲਕ ਜਿਹੜਾ ਹੈ ਉਹਦੇ ਦੁਆਰਾ ਕੀਤੀ ਹੋਈ ਬੰਦਗੀ ਸ਼ੁਭ ਕਰਮ ਇਨਸਾਨ ਦੇ ਨਾਲੋਂ ਨਹੀਂ ਵਿਛੜਦੇ, ਨਾਲ ਨਿਭਦੇ ਆ, ਸੋ ਸੰਗੀ ਗਣੀ ਹੈ। ਇਸ ਕਰਕੇ ਇੱਕ ਇਹ ਜਹਾਂ ਹੈ, ਇੱਕ ਉਹ ਜਹਾਂ ਹੈ, ਬਸ ਫਰਕ ਸਾਹਾਂ ਦਾ। ਸਾਹ ਚੱਲਦਾ ਤੇ ਇਹ ਜਹਾਂ, ਸਾਹ ਮੁੱਕ ਗਏ ਤੇ ਉਹ ਜਹਾਂ। ਇਸ ਕਰਕੇ ਈਤ ਊਤ ਨਹੀਂ ਵਿਛੜੈ, ਸੋ ਸੰਗੀ ਗਣੀ ਹੈ। ਤਾਂ ਉਹ ਮਾਲਕ ਨੂੰ ਸਦਾ ਨਾਲ ਰੱਖੋ ਜਿਹੜਾ ਸਾਥ ਨਿਭਣ ਵਾਲਾ ਹੈ, ਜਿਹੜਾ ਸੱਚਾ ਸਾਥੀ ਆ ਤੁਹਾਡਾ। ਉਹਨੂੰ ਕਦੇ ਵੀ ਭੁਲਾਵੋ ਨਾ, ਉਹਨੇ ਤੁਹਾਡੇ ਨਾਲ ਨਿਭਣਾ। ਬਿਨਸ ਜਾਏ ਜੋ ਨਿਮਖ ਮੈਂ ਹੈ, ਸੋ ਅਲਪ ਸੁਖ ਬਣੀਏ। ਜਿਹੜੀ ਚੀਜ਼ ਅੱਖ ਝਪਕਦਿਆਂ ਬੇਗਾਨੀ ਹੋ ਰਹੀ ਆ, ਬੇਗਾਨੀ ਹੋ ਜਾਂਦੀ ਆ, ਉਹਨੂੰ ਹੋਛਾ ਸੁੱਖ ਸਮਝ ਬੰਦੇ ਆ, ਉਹਨੂੰ ਛੋਟਾ ਜਿਹਾ ਹੀ ਸੁੱਖ ਸਮਝ, ਕੋਈ ਵੱਡਾ ਸੁੱਖ ਨਾ ਮੰਨੀ। ਬਿਨਸ ਜਾਏ ਜੋ ਨਿਮਖ ਮੈਂ ਹੈ, ਸੋ ਅਲਪ ਸੁਖ ਭਣੀਐ। ਜਿਵੇਂ ਆਪਾਂ ਅੱਖਾਂ ਝਪਕਦੇ ਹਾਂ, ਇੰਨੇ ਸਮੇਂ 'ਚ ਜਿਹੜੀ ਚੀਜ਼ ਬੇਗਾਨੀ ਹੋ ਜਾਂਦੀ ਆ, ਇੰਨੇ ਸਮੇਂ ਬਾਅਦ, ਇੰਨੇ ਸਕਿੰਟ ਵਿੱਚ ਉਹ ਹੋਸ਼ਾ ਸੌਖਾ ਸੱਚਾ ਸੁੱਖ ਨਹੀਂ ਹੋ ਸਕਦਾ। ਤਾਂ ਹੁਣ ਇਹਨੂੰ ਬਹੁਤ ਆਮ ਦੇਖਣ ਨੂੰ ਲੱਗਦਾ, ਵੈਸੇ ਹੀ ਮਹਾਰਾਜ ਨੇ ਕਿਹਾ, ਪਰ ਗੱਲ ਬਹੁਤ ਜ਼ਿਆਦਾ ਉੱਚੀ ਵੀ ਆ, ਸੁੱਚੀ ਵੀ ਆ, ਤੇ ਡੂੰਘੀ ਵੀ ਆ, ਗੰਭੀਰ ਵੀ ਆ। ਇਹ ਚੀਜ਼ ਕਦੋਂ ਹੁੰਦੀ ਆ? ਜਦੋਂ ਅੱਖਾਂ ਝਪਕਦੇ ਹਾਂ। ਇੰਨੇ ਸਕਿੰਟ 'ਚ ਕਿਹੜੀ ਚੀਜ਼ ਆ ਜਿਹੜੀ ਸਭ ਕੁਝ ਬੇਗਾਨਾ ਕਰ ਦਿੰਦੀ ਆ? ਤਾਂ ਉਹ ਆ ਕੇਵਲ ਮੌਤ ਜਿਹੜੀ ਆ। ਮੌਤ ਆਉਣ ਤੋਂ ਪਹਿਲਾਂ ਸਭ ਕੁਝ ਆਪਣਾ ਵਾ, ਲੱਗਦਾ ਵੀ ਆਪਣਾ। ਮੌਤ ਆਈ ਇੱਕ ਸਕਿੰਟ ਵਿੱਚ ਲੈ ਗਈ ਜਿੰਦ ਨੂੰ ਵਿਆਹ ਕੇ, ਤੇ ਉਸ ਤੋਂ ਬਾਅਦ ਸਾਰੀਆਂ ਚੀਜ਼ਾਂ ਵਿਹੜੇ ਵਿੱਚ ਪਈਆਂ ਨੇ। ਕਬੀਰ ਸਾਹਿਬ ਜੀ ਬਹੁਤ ਸੋਹਣਾ ਕਹਿੰਦੇ ਆ, ਕਹਿੰਦੇ ਚਿਰਗਟ ਪਾਰ ਚਟਾਰਾ ਲੈ ਗਇਓ, ਤਰੀ ਤਾਗਰੀ ਛੂਟੀ। ਜਿਸ ਤਰ੍ਹਾਂ ਕਹਿੰਦੇ ਪਿੰਜਰੇ ਦੇ ਵਿੱਚ ਇੱਕ ਪੰਛੀ ਰੱਖਿਆ ਹੁੰਦਾ ਘਰਾਂ ਵਿੱਚ, ਤੋਤਾ, ਬਿੱਲੀ ਆਉਂਦੀ ਆ ਤੇ ਬਿੱਲੀ ਉਹਨੂੰ ਮਾਰ ਦਿੰਦੀ ਆ, ਖਾ ਜਾਂਦੀ ਹੈ, ਲੈ ਜਾਂਦੀ ਪਿੰਜਰੇ 'ਚੋਂ, ਠੂਠੀ ਪਈ ਰਹਿ ਜਾਂਦੀ ਆ ਇਕੱਲੀ। ਉਹ ਜਿਹ 'ਚ ਪਾਣੀ ਰੱਖਿਆ ਹੁੰਦਾ ਤੋਤੇ ਦਾ, ਜਾਂ ਪੰਛੀ ਕੋਈ ਵੀ ਪਰਿੰਦਾ ਵਾ ਘਰ ਵਿੱਚ ਰੱਖਿਆ ਵਾ, ਤੇ ਮੌਤ ਰੂਪੀ ਬਿੱਲੀ ਆ ਕੇ ਉਹਨੂੰ ਲੈ ਜਾਂਦੀ ਆ। ਪਿੰਜਰਾ ਪਿਆ ਰਹਿ ਜਾਂਦਾ, ਠੂਠੀ ਪਈ ਰਹਿ ਜਾਂਦੀ ਆ। ਠੂਠੀ ਵਿੱਚ ਪਾਣੀ ਭਰਦੇ ਹਾਂ, ਉਹ ਰਹਿ ਜਾਂਦਾ, ਦਾਣੇ ਪਏ ਰਹਿ ਜਾਂਦੇ। ਪਰ ਇਨਸਾਨ, ਉਹ ਪਰਿੰਦਾ ਉੱਥੇ ਨਹੀਂ ਹੈਗਾ। ਹੁਣ ਸਭ ਕੁਝ ਉਹ ਚਲਾ ਗਿਆ, ਪਿੱਛੇ ਛੱਡ ਗਿਆ, ਬੇਗਾਨੀਆਂ ਹੋ ਗਈਆਂ ਚੀਜ਼ਾਂ। ਜਦੋਂ ਤੱਕ ਬਿੱਲੀ ਨੇ ਉਹਨੂੰ ਨਹੀਂ ਖਾਧਾ, ਕਬੀਰ ਜੀ ਕਹਿੰਦੇ ਉਹ ਪਿੰਜਰਾ ਵੀ ਉਹਦਾ ਸੀ, ਉਹਨੂੰ ਲੱਗਦਾ ਸੀ, ਠੂਠੀ ਵੀ ਉਹਦੀ ਸੀ, ਉਹਨੂੰ ਲੱਗਦਾ ਸੀ, ਦਾਣੇ ਵੀ ਉਹਦੇ ਸੀ, ਉਹਨੂੰ ਲੱਗਦਾ ਸੀ। ਪਰ ਉਹ ਸਕਿੰਟ 'ਚ ਇੱਕ ਬੇਗਾਨੀ ਹੋ ਗਈ। ਤਾਂ ਬਿਲਕੁਲ ਬਿਨਸ ਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਭਣੀਐ। ਇਹ ਚੀਜ਼ਾਂ ਬਿਲਕੁਲ ਇਸ ਤਰ੍ਹਾਂ ਨੇ ਜਿਸ ਤਰ੍ਹਾਂ ਇੱਕ ਸਕਿੰਟ 'ਚ ਬੇਗਾਨੀਆਂ ਹੋ ਰਹੀਆਂ ਨੇ। ਇਵੇਂ ਵੱਧ ਸਮਝੋਗੇ ਇਸ ਗੱਲ ਨੂੰ। ਜਿਹੜੀ ਚੀਜ਼ ਨੂੰ ਆਪਾਂ ਘੁੱਟ ਕੇ ਛਾਤੀ ਨਾਲ ਲਾਇਆ ਹੋਇਆ, ਉਹ ਨਹੀਂ ਰਹਿਣਗੀਆਂ। ਪਤਾ ਕਿਉਂ? ਛਾਤੀ ਨਹੀਂ ਰਹੂਗੀ। ਜਿਹੜੀਆਂ ਚੀਜ਼ਾਂ ਘੁੱਟ ਕੇ ਹੱਥ 'ਚ ਫੜੀਆਂ ਹੋਈਆਂ, ਉਹ ਵੀ ਨਹੀਂ ਰਹਿਣਗੀਆਂ, ਹੱਥ ਨਹੀਂ ਰਹਿਣਗੇ। ਜਿਹੜੀਆਂ ਚੀਜ਼ਾਂ ਸੁਪਨੇ ਵਿੱਚ ਸਜਾਈਆਂ ਹੋਈਆਂ ਨੇ, ਉਹ ਨਹੀਂ ਹੋਣਗੇ ਪੂਰੇ, ਕਿਉਂਕਿ ਸੁਪਨੇ ਨਹੀਂ ਰਹਿਣਗੇ, ਨੀਂਦ ਨਹੀਂ ਰਹੂਗੀ, ਇੱਕ ਦਿਨ ਉਹ ਵੀ ਚਲੀ ਜਾਊਗੀ। ਇਸ ਕਰਕੇ ਗੁਰੂ ਸਾਹਿਬ ਜੀ ਕਹਿੰਦੇ ਆ, ਇਹ ਚੀਜ਼ਾਂ ਇੱਕ ਸਕਿੰਟ 'ਚ ਨਿਮਖ ਮੈਂ, ਨਿਮਖ ਤਾਂ ਸਕਿੰਟ ਤੋਂ ਵੀ ਛੋਟਾ, ਇੰਨੇ ਚਿਰ 'ਚ ਬਿਨਸ ਜਾਂਦੀਆਂ, ਬੇਗਾਨੀਆਂ ਹੋਣ ਵਾਲੀਆਂ ਨੇ। ਇਹਨੂੰ ਹੋਸ਼ਾ ਸੁੱਖ ਮੰਨ। ਪਹਿਲਾਂ ਕਹਿ, ਇਹ ਹੋਸ਼ਾ ਸੁੱਖ ਆ, ਵੀ ਅਸਲ ਸੁੱਖ ਕੋਈ ਹੋਰ ਆ। ਜਦੋਂ ਤੱਕ ਅਸੀਂ ਇਹ ਚੀਜ਼ਾਂ ਨੂੰ ਵੱਡਾ ਸੁੱਖ ਕਹਿੰਦੇ ਹਾਂ, ਉਦੋਂ ਤੱਕ ਬੰਦਗੀ ਵਾਲੇ ਪਾਸੇ ਨਹੀਂ ਆ ਸਕਦਾ ਬੰਦਾ। ਉਹਦੇ ਲਈ ਮਕਾਨ, ਉਹਦੇ ਲਈ ਬਾਕੀ ਸਾਰੀਆਂ ਚੀਜ਼ਾਂ ਵੱਡਾ ਸੁੱਖ ਆ, ਓਨਾ ਸਮਾਂ ਨਹੀਂ ਉਹ ਆਵੇਗਾ। ਪਹਿਲਾਂ ਸੰਸਾਰ ਦਾ ਕੂੜ ਦਿਖਣਾ, ਪਹਿਲੀ ਅਵਸਥਾ ਵਿੱਚ ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਇਹ ਸਾਰੀਆਂ ਚੀਜ਼ਾਂ ਜ਼ਰੂਰੀ ਆ। ਫਿਰ ਉਦੋਂ ਬਾਅਦ ਆਏ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਚਵਾਸ।
ਪਹਿਲਾਂ ਕੂੜ ਦਿਖਣਾ ਜ਼ਰੂਰੀ ਆ। ਅਸੀਂ ਜਿਹੜੇ ਸਾਡੇ ਸੁੱਖ ਆ ਇਹਨਾਂ ਨੂੰ ਵੱਡੇ ਸੁੱਖ ਮੰਨੀ ਫਿਰਦੇ ਹਾਂ। ਗੁਰੂ ਸਾਹਿਬ ਜੀ ਕਹਿੰਦੇ ਇਹਨਾਂ ਨੂੰ ਹੋਸ਼ੇ ਸੁੱਖ ਸਮਝ। ਪੈਸਾ ਹੋਸ਼ਾ ਸੁੱਖ ਆ। ਜਦੋਂ ਤੱਕ ਜਾਨ ਆ ਉਦੋਂ ਤੱਕ ਜਾਨ ਗਈ, ਜਦੇ ਹੀ ਇਹ ਬੇਗਾਨਾ ਹੋ ਜਾਂਦਾ। ਭਗਤ ਕਬੀਰ ਸਾਹਿਬ ਜੀ ਦਾ ਇੱਕ ਬਚਨ ਬਹੁਤ ਪਿਆਰਾ ਯਾਦ ਆਉਂਦਾ ਹੈ। ਕਹਿੰਦੇ ਖਸਮ ਮਰੈ ਤੋ ਨਾਰ ਨਾ ਰੋਵੈ। ਜਦੋਂ ਘਰ ਵਾਲਾ ਮਰ ਜਾਂਦਾ ਹੈ ਘਰ ਵਾਲੀ ਨਹੀਂ ਰੋਂਦੀ। ਸਿੱਧੇ ਸ਼ਬਦ ਤਾਂ ਇਹ ਇਹਦੇ, ਪਰ ਡੂੰਘੇ ਅਰਥ ਇਹਦੇ ਇਹ ਆ, ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰੋ ਹੋਵੇ। ਜਦੋਂ ਘਰ ਦਾ ਮਾਲਕ ਮਰ ਜਾਂਦਾ ਹੈ, ਘਰ ਦਾ ਮਾਲਕ ਮਰ ਜਾਂਦਾ, ਖਾਤੇ 'ਚ ਪਏ ਹੋਏ ਪੈਸੇ ਨਹੀਂ ਰੋਂਦੇ, ਮਕਾਨ ਨਹੀਂ ਰੋਂਦਾ, ਖੜੀ ਹੋਈ ਗੱਡੀ ਨਹੀਂ ਰੋਂਦੀ। ਕੋਈ ਮਰ ਗਿਆ ਉਹਦੇ ਖਾਤੇ 'ਚ ਪਏ ਹੋਏ ਪੈਸੇ ਨਹੀਂ ਰੋਂਦੇ। ਖਸਮ ਮਰੈ ਤੋ ਨਾਰ ਨਾ ਰੋਵੇ। ਬਹੁਤ ਡੂੰਘੀ ਗੱਲ ਕਹਿ ਰਹੇ ਇੱਥੇ। ਗੱਡੀ ਖੜੀ ਆ ਉਹਨੂੰ ਕੋਈ ਫਰਕ ਨਹੀਂ, ਉਹਨੂੰ ਹੋਰ ਚਲਾਉਣ ਵਾਲਾ ਹੋਰ ਹੈਗਾ। ਘਰ ਨਹੀਂ ਰੋਂਦਾ, ਉਹਨੂੰ ਸਾਂਭਣ ਵਾਲੇ ਹੋਰ ਹੈਗੇ ਆ। ਇਸ ਤਰ੍ਹਾਂ ਖਾਤੇ 'ਚ ਪਏ ਪੈਸੇ ਨਹੀਂ ਰੋਂਦੇ, ਉਹਨਾਂ ਨੂੰ ਵਰਤਣ ਵਾਲੇ ਹੋਰ ਹੈਗੇ ਆ। ਧੀ ਪੁੱਤ ਉਹਦੇ ਵਰਤਣਗੇ, ਉਹ ਨਾ ਵਰਤਣਗੇ, ਸਰਕਾਰ ਦੇ ਖਾਤੇ 'ਚ ਚਲੇ ਜਾਣਗੇ, ਉਹਨੂੰ ਵਰਤ ਲੂਗੀ। ਇਸ ਤਰ੍ਹਾਂ ਖਸਮ ਮਰੈ ਤੋ ਨਾਰ ਨਾ ਰੋਵੇ। ਨਾ ਉਹ ਗੱਡੀ ਰੋਂਦੀ ਆ, ਨਾ ਮਕਾਨ ਰੋਂਦਾ। ਪਰ ਜੇ ਇਹ ਚੀਜ਼ਾਂ ਸਾਰੀਆਂ ਟੁੱਟ ਜਾਣ, ਮਕਾਨ ਟੁੱਟ ਜੇ, ਗੱਡੀ ਖਰਾਬ ਹੋ ਜੇ, ਖਾਤੇ ਜਿਹੜੇ ਪੈਸੇ ਆ ਉਹ ਪਏ ਹੋਏ ਲੁੱਟੇ ਜਾਣ, ਬੰਦਾ ਰੋਵੇਗਾ। ਤਾਂ ਇਹ ਚੀਜ਼ਾਂ ਭਗਤ ਜੀ ਕਹਿੰਦੇ ਮਾੜੀਆਂ ਨਹੀਂ ਹੈਗੀਆਂ। ਬੰਦੇ ਦੀ ਸੋਚ ਇਹਨਾਂ ਪ੍ਰਤੀ ਮਾੜੀ ਹੈ। ਉਹਨੇ ਫੜ ਕੇ ਰੱਖਿਆ, ਚੀਜ਼ਾਂ ਨੂੰ ਜਾਣ ਦਿਓ, ਇਹਨਾਂ ਨੂੰ ਛੱਡਣਾ ਸਿੱਖੋ। ਇਹਦੇ ਵਿੱਚ ਸੌਖਾ ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਬਣੀਐ। ਜੋ ਚੀਜ਼ਾਂ ਨੇ ਨਾ, ਇਹਨਾਂ ਨੂੰ ਛੱਡਣਾ ਸਿੱਖੋ, ਇਹਨਾਂ ਨੂੰ ਜਾਣ ਦਿਓ। ਇਹਦੇ ਵਿੱਚ ਵੀ ਇੱਕ ਸੌਖਾ। ਤਾਂ ਬਹੁਤ ਉੱਚੀ ਗੱਲ ਕਰ ਰਹੇ ਆ ਕਿ ਉਹ ਮਕਾਨ ਨਹੀਂ ਰੋਂਦਾ, ਬੰਦਾ ਮਰਦਾ, ਗੱਡੀ ਨਹੀਂ ਰੋਂਦੀ, ਪੈਸੇ ਨਹੀਂ ਰੋਂਦੇ, ਪਰ ਇਹ ਚੀਜ਼ਾਂ ਖਰਾਬ ਹੋ ਜਾਣ, ਘਾਟਾ ਪੈ ਜੇ, ਬੰਦਾ ਰੋਂਦਾ। ਤਾਂ ਇਹਨਾਂ ਨੇ ਬੰਦੇ ਨੂੰ ਨਹੀਂ ਫੜਿਆ, ਬੰਦੇ ਨੇ ਇਹਨਾਂ ਨੂੰ ਫੜਿਆ ਹੋਇਆ। ਖਸਮ ਮਰੈ ਤੋ ਨਾਰ ਨਾ ਰੋਵੈ, ਉਸ ਰਖਵਾਰਾ ਔਰ ਹੋਵੇ। ਰਖਵਾਰੇ ਕਾ ਹੋਏ ਵਿਨਾਸ਼, ਆਗੇ ਨਰਕ ਈਹਾਂ ਭੋਗ ਵਿਲਾਸ। ਤਾਂ ਜਿਹੜੀ ਚੀਜ਼ ਨੇ ਇੱਕ ਸਕਿੰਟ 'ਚ ਬੇਗਾਨੀ ਹੋ ਜਾਣਾ ਵਾ, ਕੌਡੀ ਕੌਡੀ ਜੋਰ ਕਹਿ, ਜੋਰੇ ਲੱਖ ਕਰੋੜ। ਚਲਤੀ ਬਾਰ ਨ ਕਛ ਮਿਲਿਓ, ਲਈ ਲੰਗੋਟੀ ਤੋਰ। ਕਬੀਰ ਸਾਹਿਬ ਜੀ ਕਹਿੰਦੇ ਬੰਦਾ ਇੱਕ ਇੱਕ ਕੌਡੀ ਕਰਕੇ ਪੈਸਾ ਜੋੜਦਾ ਆਪਣੀ ਲੋੜ ਲਈ, ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇਹਨੂੰ ਇਵੇਂ ਵਰਤਾਂਗਾ, ਇੱਦਾਂ ਕਰਾਂਗਾ। ਜੇ ਕੋਈ ਵਿਪਤਾ ਪੈ ਗਈ ਤੇ ਵੈਦ ਨੂੰ ਪੈਸੇ ਦੇਣੇ ਪੈ ਗਏ, ਉਹ ਦੇਵਾਂਗਾ। ਡਾਕਟਰ ਨੂੰ, ਕੋਈ ਵੀ ਗੱਲ ਆ, ਬੰਦੇ ਸਾਰੇ ਸੇਵਿੰਗ ਕਰਦੇ ਆ, ਜ਼ਰੂਰੀ ਆ। ਪਰ ਉਹ ਕਹਿੰਦੇ ਤੁਸੀਂ ਇਹ ਵੇਖੋ, ਇਹ ਚੀਜ਼ ਜਿਹੜੀ ਜੋੜੀ ਹੁੰਦੀ ਆ, ਹੈਰਾਨੀ ਦੀ ਗੱਲ ਇਹ ਆ ਵੀ ਜਾਣ ਸਮੇਂ ਚਲਤੀ ਬਾਰ ਨ ਕਛ ਮਿਲਿਓ, ਚਲਤੀ ਬਾਰ ਨ ਕਛ ਮਿਲਿਓ। ਉਹ ਜੋੜੀਆਂ ਹੋਈਆਂ ਚੀਜ਼ਾਂ ਨਿਭਦੀਆਂ ਨਹੀਂ ਨਾਲ, ਇੱਕ ਧੇਲਾ ਵੀ ਨਾਲ ਨਹੀਂ ਜਾਂਦਾ, ਸਗੋਂ ਲਈ ਲੰਗੋਟੀ ਤੋਰ। ਪੁਰਾਣੇ ਸਮੇਂ 'ਚ ਬਜ਼ੁਰਗ ਲੱਕ ਦੇ ਨਾਲ ਇੱਕ ਬਾਂਸਲੀ ਬੰਨ੍ਹਦੇ ਹੁੰਦੇ ਸੀ ਤੇ ਜਿਹਦੇ ਵਿੱਚ ਪੈਸੇ ਰੱਖੇ ਹੁੰਦੇ ਸੀ, ਉਹ ਸੰਸਕਾਰ ਕਰਨ ਤੋਂ ਪਹਿਲਾਂ ਲਾ ਲੈਂਦੇ ਆ। ਕਬੀਰ ਸਾਹਿਬ ਜੀ ਕਹਿੰਦੇ ਲਈ ਲੰਗੋਟੀ। ਲੰਗੋਟੀ ਦੇ ਅਰਥ ਆ ਬਾਂਸਲੀ, ਉਹ ਇਹ 'ਚ ਪੈਸੇ ਪਾ ਕੇ ਰੱਖਦੇ ਸੀ ਲੱਕ ਨਾਲ ਬੰਨ੍ਹ ਕੇ, ਤੇ ਉਹ ਵੀ ਘਰ ਦੇ ਮੈਂਬਰ ਤਾਰ ਦਿੰਦੇ ਆ ਜਦੋਂ ਆਖਰੀ ਇਸ਼ਨਾਨ ਹੁੰਦਾ। ਇਹ ਚੀਜ਼ਾਂ ਮਤਲਬ ਇਹ ਨਹੀਂ ਕਹਿ ਰਹੇ ਕਿ ਤੁਸੀਂ ਪੈਸੇ ਜੋੜੋ ਨਾ ਭਵਿੱਖ ਲਈ, ਇਹ ਨਹੀਂ ਕਹਿ ਰਹੇ। ਗੁਰੂ ਸਾਹਿਬ ਤੇ ਭਗਤ ਜੀ ਕਹਿ ਰਹੇ ਆ ਵੀ ਉਹ ਚੀਜ਼ ਦੇਖੋ, ਛੋਟਾ ਸੁੱਖ ਆ, ਉਹ ਵੱਡਾ ਸੁੱਖ ਨਹੀਂ ਤੁਸੀਂ ਉਹਨੂੰ ਕਹਿ ਸਕਦੇ। ਜਿਹੜੀ ਬੇਗਾਨੀ ਹੋ ਰਹੀ ਆ ਚੀਜ਼ ਸਕਿੰਟ 'ਚ, ਉਹ ਤੁਹਾਡੀ ਨਹੀਂ ਹੈਗੀ। ਕੀ ਪਤਾ ਬੰਦੇ ਦਾ ਕਿਆ ਜਾਣਾ ਕਿਵੇਂ ਮਰਾਂਗੇ, ਕੈਸਾ ਮਰਨਾ ਹੋਏ। ਤਾਂ ਉਹ ਇੱਕ ਸਕਿੰਟ 'ਚ ਜਿਹੜੀ ਬੇਗਾਨੀ ਹੋ ਸਕਦੀ ਆ, ਉਹ ਤੁਹਾਡੀ ਨਹੀਂ ਹੈਗੀ, ਉਹ ਤੁਹਾਨੂੰ ਭੁਲੇਖਾ ਵਾ, ਉਹ ਹੋਸ਼ਾ ਸੁੱਖ ਲੱਗਦਾ, ਇਹਨੂੰ ਤੁਸੀਂ ਸੱਚਾ ਸੁੱਖ ਕਹਿ ਰਹੇ ਹੋ। ਗੁਰੂ ਅਰਜਨ ਦੇਵ ਜੀ ਨੇ ਉਹ ਗੱਲਾਂ ਕੀਤੀਆਂ ਸਾਡੇ ਨਾਲ ਹੀ। ਬਿਨ ਸਜਾਏ ਜੋ ਨਿਮਖ ਮੈਂ, ਸੋ ਅਲਪ ਸੁਖ ਬਣੀਐ।
ਸਾਰੀਆਂ ਚੀਜ਼ਾਂ ਜ਼ਰੂਰੀ ਆ, ਪੈਸਾ ਜ਼ਰੂਰੀ ਆ। ਇਹ ਅੱਜ ਦੇ ਯੁੱਗ ਦੇ ਵਿੱਚ ਇਸ ਬਿਨਾਂ ਦਵਾਈਆਂ ਨਹੀਂ ਆਉਂਦੀਆਂ, ਪੈਸੇ ਬਿਨਾਂ ਪੜ੍ਹਾਈ ਨਹੀਂ ਕੀਤੀ ਜਾ ਸਕਦੀ, ਕੋਈ ਕਿਤਾਬ ਖਰੀਦਣੀ ਆ ਉਹ ਲੈ ਕੇ ਨਹੀਂ ਪੜ੍ਹੀ ਜਾ ਸਕਦੀ। ਇਸ ਤਰ੍ਹਾਂ ਬਿਲਕੁਲ ਉਹ ਚੀਜ਼ਾਂ ਜ਼ਰੂਰੀ ਨੇ, ਪਰ ਉਹ ਸੱਚਾ ਸੁੱਖ ਨਹੀਂ ਹੈਗੀਆਂ। ਇਹ ਕਹਿ ਰਹੇ ਆ ਗੁਰੂ ਮਹਾਰਾਜ ਕਿ ਉਹ ਜ਼ਰੂਰੀ ਆ, ਮਹੱਤਵਪੂਰਨ ਨੇ, ਪਰ ਉਹਨਾਂ ਨੂੰ ਸਿਰ 'ਤੇ ਨਹੀਂ ਸਜਾਇਆ ਜਾ ਸਕਦਾ। ਇਹ ਤੁਸੀਂ ਸਮਝ ਕੇ ਰੱਖੋ, ਜਿਹੜੀ ਚੀਜ਼ ਸਕਿੰਟ 'ਚ ਬੇਗਾਨੀ ਹੋ ਰਹੀ ਆ ਉਹ ਤੁਹਾਡੀ ਕਦੇ ਹੋ ਨਹੀਂ ਸਕਦੀ। ਰਿਸ਼ਤਿਆਂ ਨੂੰ ਤਾਂ ਹਜੇ ਟਾਈਮ ਲੱਗਦਾ ਖੁਰਨ ਨੂੰ, ਹੌਲੀ ਹੌਲੀ ਖੁਰਦੇ ਆ, ਹੌਲੀ ਹੌਲੀ ਮਿਟਦੇ ਆ। ਮੌਤ ਜਦੋਂ ਆਉਂਦੀ ਆ ਫਿਰ ਉਹ ਸਾਰੀਆਂ ਚੀਜ਼ਾਂ ਨੂੰ ਪਾਈ ਹੋਈ ਜੱਫੀ ਛਡਾ ਲੈਂਦੀ ਆ, ਗਲਵੱਕੜੀ ਛਡਾ ਲੈਂਦੀ ਆ। ਤਾਂ ਹੀ ਮੌਤ ਨੂੰ ਆਪਾਂ ਡਰਦੇ ਹਾਂ, ਹੋਰ ਕੋਈ ਡਰ ਦਾ ਉਹਦਾ ਕਾਰਨ ਨਹੀਂ। ਮੌਤ ਦਾ ਕਾਰਨ ਇਹ ਆ, ਮੌਤ ਦਾ ਕਾਰਨ ਡਰ ਦਾ ਇਹ ਆ ਕਿ ਹੁਣ ਸਾਨੂੰ ਸਭ ਛੱਡਣਾ ਪੈਣਾ। ਚੀਜ਼ਾਂ ਨੂੰ ਜਾਣ ਦਿਓ, ਇਹਨਾਂ ਨੂੰ ਛੱਡਣਾ ਸਿੱਖੋ। ਗੁਰੂ ਮਹਾਰਾਜ ਕਹਿੰਦੇ ਇਹ ਚੀਜ਼ ਸਿੱਖਣ ਦੀ ਬਹੁਤ ਲੋੜ ਆ। ਦੁਨੀਆ ਵਿੱਚ ਆ ਕੇ ਬਹੁਤ ਚੀਜ਼ਾਂ ਸਿੱਖਣੀਆਂ ਪੈਂਦੀਆਂ ਨੇ, ਛੋਟੀਆਂ ਤੋਂ ਛੋਟੀਆਂ ਚੀਜ਼ਾਂ, ਸਿੱਧੀਆਂ ਚੱਪਲਾਂ ਪਾ ਕੇ ਤੁਰਨਾ, ਵੱਡੀਆਂ ਤੋਂ ਵੱਡੀਆਂ ਚੀਜ਼ਾਂ, ਵੱਡੀ ਤੋਂ ਵੱਡੀ ਗੱਲ ਚੱਜ ਨਾ ਮਰਨਾ। ਸੰਸਾਰ ਵਿੱਚ ਆ ਕੇ ਛੋਟੀ ਤੋਂ ਛੋਟੀ ਚੀਜ਼ ਸਿੱਖਣੀ ਪੈਂਦੀ ਆ। ਸਿੱਧੀਆਂ ਚੱਪਲਾਂ ਪਾ ਕੇ ਤੁਰਨਾ ਉਹ ਸਿੱਖਣਾ ਪੈਂਦਾ। ਛੋਟੀ ਗੱਲ ਹੀ ਆ, ਐਡੀ ਵੱਡੀ ਨਹੀਂ। ਵੱਡੀ ਤੋਂ ਵੱਡੀ ਗੱਲ ਵੀ ਸਿੱਖਣੀ ਪੈਂਦੀ, ਚੱਜ ਨਾ ਮਰਨਾ, ਮਰੀਦਾ ਕਿਵੇਂ ਆ, ਇਹ ਵੀ ਸਿੱਖਣਾ ਪੈਂਦਾ। ਕਬੀਰ ਸਾਹਿਬ ਜੀ ਕਹਿੰਦੇ ਆ, ਮਰਤਾ ਮਰਤਾ ਜਗ ਮੂਆ। ਮਰਦੇ ਮਰਦੇ ਲੋਕ ਮਰ ਗਏ ਨੇ, ਪਰ ਕਿਸੇ ਨੂੰ ਮਰਨਾ ਨਹੀਂ ਆਇਆ। ਮਰ ਭੀ ਨਾ ਜਾਣਿਆ ਕੋਈ। ਕਿਸੇ ਨੇ ਪੁੱਛਿਆ ਮਰਨਾ ਵੀ ਸਿੱਖਣਾ ਪੈਂਦਾ? ਉਹ ਕਹਿੰਦੇ ਬਿਲਕੁਲ। ਐਸੇ ਮਰਨੇ ਜੋ ਮਰੈ ਬਹੁਰ ਨਾ ਮਰਨਾ ਹੋਏ। ਜਿਹੜਾ ਚੱਜ ਨਾਲ ਮਰ ਜਾਂਦਾ ਹੈ ਉਹ ਵਾਰ-ਵਾਰ ਨਹੀਂ ਮਰਦਾ। ਗੁਰਬਾਣੀ ਸਿੱਧੀ ਤਰ੍ਹਾਂ ਇਹ ਕਹਿ ਰਹੀ ਆ। ਸਿੱਧੇ ਸਿੱਧੇ ਸ਼ਬਦ ਸਾਨੂੰ ਸਮਝ ਨਹੀਂ ਆਉਂਦੇ ਕਿਉਂਕਿ ਅਸੀਂ ਗੁੰਝਲਦਾਰ। ਕਈ ਵਾਰੀ ਅਸੀਂ ਕਹਿੰਦੇ ਹਾਂ ਬਾਣੀ ਸਮਝ ਨਹੀਂ ਆਉਂਦੀ, ਉਹ ਪਤਾ ਕਿਉਂ ਨਹੀਂ ਆਉਂਦੀ? ਅਸੀਂ ਇੰਨੇ ਗੁੰਝਲਦਾਰ ਆ। ਇਹ ਸਰਲ ਆ ਬਾਣੀ, ਸਿੱਧੀਆਂ ਗੱਲਾਂ ਕਹਿੰਦੀ ਆ। ਅਸੀਂ ਟੇਢੇ ਬਹੁਤ ਆ, ਸਾਨੂੰ ਸਿੱਧੀਆਂ ਗੱਲਾਂ ਸਮਝ ਨਹੀਂ ਆਉਂਦੀਆਂ। ਇਹ ਗੱਲਾਂ ਨੇ ਅਸ਼ਲ ਅਛੇਦ ਅਪਾਰ ਪ੍ਰਭ ਉੱਚਾ ਜਾਂ ਕਾ ਰੂਪ। ਗੁਰਬਾਣੀ ਇਹ ਕਹਿੰਦੀ ਆ ਵੀ ਮਰਨਾ ਸਿੱਖੋ, ਤੁਸੀਂ ਜਿਉਣਾ ਸਿੱਖ ਜਾਓਗੇ। ਜਿਸ ਬੰਦੇ ਨੂੰ ਮਰਨਾ ਸਿੱਖਣਾ ਆਉਂਦਾ ਨਾ, ਉਹ ਜਿਉਣਾ ਸਿੱਖ ਲਏਗਾ। ਇਹਨੂੰ ਮਰਨਾ ਨਹੀਂ ਆਉਂਦਾ ਸਹੀ ਢੰਗ ਨਾਲ, ਉਹ ਜਿਉਣਾ ਨਹੀਂ ਸਿੱਖ ਸਕੇਗਾ। ਦੋਨੋਂ ਚੀਜ਼ਾਂ ਇੱਕ ਦੂਜੇ ਨਾਲ ਜੁੜੀਆਂ। ਮੌਤ ਤੇ ਮਰਨਾ ਤੇ ਜਨਮ ਇੱਕ ਸਿੱਕੇ ਦੇ ਦੋ ਪਹਿਲੂ ਆ। ਕੋਇਨ ਆ ਇੱਕ ਹੁੰਦਾ, ਦੋ ਸਾਈਡਾਂ ਉਹਦੀਆਂ, ਉਹੀ ਆ। ਜਪ ਜਪ ਕਰੇ ਆਨੰਦ ਜਨ ਅਚਰਜ ਅਨੂਪ। ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ। ਹੇ ਵਾਹਿਗੁਰੂ ਜੀ, ਤੇਰੇ ਅਚਰਜ ਕੌਤਕ ਨੇ, ਤਮਾਸ਼ੇ ਕੌਤਕ ਨੇ। ਬਿਨਾਂ ਥੰਬਲਿਆਂ ਤੋਂ ਆਕਾਸ਼ ਖੜਾ, ਪੰਛੀਆਂ ਨੂੰ ਆਲਣਾ ਬਣਾਉਣ ਦੀ ਸੋਝੀ ਆ। ਸਾਰੀਆਂ ਚੀਜ਼ਾਂ ਨੇ। ਘੋੜਾ ਹੈ, ਬਾਜ ਆ, ਇਹਨਾਂ ਕੋਲ ਵਫਾਦਾਰੀਆਂ ਨੇ, ਸਾਰੀਆਂ ਮਾਲਕ ਨੇ ਬਖਸ਼ੀਆਂ। ਹੁਣ ਤੂੰ ਮੈਨੂੰ ਵਾਹਿਗੁਰੂ ਇਹ ਮੱਤ ਦੇ ਕਿ ਮੈਂ ਤੈਨੂੰ ਸਦਾ ਹੀ ਚੇਤੇ ਰੱਖਾਂ, ਭੁਲਾਵਾਂ ਨਾ। ਸਾਮਤ ਦੇਹੋ ਦਇਆਲ ਪ੍ਰਭ ਜਿਤ ਤੁਮੇ ਅਰਾਧਾ। ਮੈਂ ਤੁਹਾਨੂੰ ਯਾਦ ਕਰਾਂ, ਉਹ ਮੱਤ ਮੈਨੂੰ ਦੇਵੋ। ਨਾਨਕ ਮੰਗੈ ਦਾਨ ਪ੍ਰਭ ਰੇਨ ਪਗ ਸਾਧਾ। ਗੁਰੂ ਅਰਜਨ ਦੇਵ ਜੀ ਨੇ ਕੀ ਮੰਗਿਆ ਗੁਰੂ ਰਾਮਦਾਸ ਜੀ ਤੋਂ, ਵਾਹਿਗੁਰੂ ਤੋਂ, ਕਿ ਮੈਨੂੰ ਸੰਤਾਂ ਦੇ ਚਰਨਾਂ ਦੀ ਧੂੜੀ ਦੇ ਦਿਓ। ਧੂੜੀ ਦੇ ਅਰਥ ਸੰਗਤ ਦੇ ਦਿਓ ਉਹਨਾਂ ਦੀ, ਉਹਨਾਂ ਕੋਲ ਰਹਿਣ ਦਾ ਮੌਕਾ ਦੇ ਦਿਓ, ਵਸੀਲਾ ਦੇ ਦਿਓ। ਇਹ ਕੋਈ ਵਿਧੀ ਬਣਾ ਦਿਓ ਕਿ ਮੈਂ ਉਹਨਾਂ ਨੂੰ ਪੜ੍ਹਾਂ, ਉਹਨਾਂ ਨੂੰ ਸੁਣਾ, ਉਹਨਾਂ ਦੇ ਨੇੜੇ ਨੇੜੇ ਰਹਾਂ। ਇਹ ਆਖਦੇ ਆ। ਇਸ ਕਰਕੇ ਗੁਰੂ ਅਰਜਨ ਦੇਵ ਜੀ ਨੇ ਅਲਪ ਸੁੱਖ ਦੀ ਗੱਲ ਕੀਤੀ ਆ। ਮਾਇਆ ਬਹੁਤ ਜ਼ਰੂਰੀ ਆ, ਬਹੁਤ ਜ਼ਰੂਰੀ ਆ। ਪੈਸੇ ਬਹੁਤ ਜ਼ਰੂਰੀ ਆ ਅੱਜ ਦੇ ਯੁੱਗ 'ਚ। ਜਿਸ ਤਰ੍ਹਾਂ ਬਿਮਾਰੀਆਂ ਵੱਧ ਰਹੀਆਂ, ਜਿਸ ਤਰ੍ਹਾਂ ਆਉਣ ਵਾਲਾ ਸਮਾਂ, ਪਰ ਇਹ ਅਲਪ ਸੁੱਖ ਆ। ਪੈਸਾ ਜ਼ਰੂਰੀ ਆ ਪਰ ਅਲਪ ਸੁੱਖ ਆ, ਥੋੜ੍ਹੇ ਸਮੇਂ ਦਾ ਸੁੱਖ ਆ। ਸਿਮਰਨ
ਸਿਮਰਨ ਬਹੁਤ ਵੱਡਾ, ਸੁੱਖ ਤੋਂ ਵੀ ਵੱਡੀ ਗੱਲ ਆ, ਸੁੱਖ ਤੋਂ ਪਰੇ ਦੀ ਗੱਲ ਆ। ਉਹਦੀ ਯਾਦ, ਉਹਦੀ ਸਿਫਤ ਸਲਾਹ। ਤਾਂ ਹੀ ਭਾਈ ਨੰਦ ਲਾਲ ਜੀ ਕਹਿੰਦੇ ਆ, ਬੰਦਿਆ ਜੇਕਰ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਜਾਵੇ, ਸਮਝ ਲਈ ਤੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ। ਉਹਨਾਂ ਦੀ ਕਿਤਾਬ ਹੈ ਬੰਦਗੀ ਨਾਮਾ, ਜ਼ਿੰਦਗੀ ਨਾਮਾ। ਜਦੋਂ ਤੈਨੂੰ ਰੱਬ ਦੀ ਯਾਦ ਮਿਲ ਗਈ, ਸਮਝ ਲਵੀਂ ਤੇਰੀਆਂ ਸਾਰੀਆਂ ਮੁਸ਼ਕਿਲਾਂ ਦਾ ਹੱਲ ਹੋ ਗਿਆ। ਜਦੋਂ ਆਪਾਂ ਕਹਿੰਦੇ ਵੀ ਪੈਸਾ ਮੇਰੇ ਕੋਲ ਆ ਗਿਆ, ਉਦੋਂ ਨਹੀਂ ਸਾਰੀਆਂ ਮੁਸ਼ਕਿਲਾਂ ਦਾ ਹੱਲ, ਉਦੋਂ ਨਹੀਂ ਹੋਇਆ। ਜਦੋਂ ਆਪਾਂ ਕਹਿੰਦੇ ਕੋਠੀ ਬਣ ਗਈ, ਉਦੋਂ ਵੀ ਹੱਲ ਨਹੀਂ ਹੋਇਆ। ਇੱਥੇ ਕਹਿ ਰਹੇ ਆ, ਜਦੋਂ ਤੈਨੂੰ ਰੱਬ ਦੀ ਯਾਦ ਪ੍ਰਾਪਤ ਹੋ ਗਈ, ਸਮਝ ਲਈ ਬਸ ਤੂੰ ਸਾਰੀਆਂ ਚੀਜ਼ਾਂ ਦਾ ਹੱਲ ਹੋ ਗਿਆ। ਰੋਜ਼ਾਨਾ ਸਾਖੀ ਜਿਹੜੀ ਸਰਵਣ ਕਰਦੇ ਹੋ ਲੜੀਵਾਰ, ਉਹ ਆਪ ਜੀ ਸਾਰੇ ਸਰੀਰ ਨੂੰ ਕੰਨ ਬਣਾ ਕੇ ਸਰਵਣ ਕਰੋ ਜੀ। ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ ਦੇ ਘਰੇ 3 ਦਿਨ ਰੁਕੇ ਸੀ। ਜਦੋਂ ਜਾਣ ਲੱਗੇ ਉਹ ਰੋਣ ਲੱਗ ਗਏ। ਕਹਿੰਦੇ ਮਹਾਰਾਜ 1 ਮਹੀਨਾ ਘੱਟੋ ਘੱਟ ਹੋਰ ਕਿਰਪਾ ਕਰੋ। ਸਤਿਗੁਰੂ ਜੀ ਉੱਥੇ ਠਹਿਰੇ ਆ ਤੇ ਭਾਈ ਮਰਦਾਨਾ ਜੀ ਨੂੰ ਕਹਿੰਦੇ ਤੁਸੀਂ ਚਲੇ ਜਾਓ, ਫਿਰ ਘਰ ਵਿੱਚ ਪਤਾ ਲੈ ਆਓ ਪਰਿਵਾਰ ਦਾ। ਉਹ ਪਿੰਡ ਚਲੇ ਜਾਂਦੇ ਆਪਣੇ। ਗੁਰੂ ਸਾਹਿਬ ਜੀ ਉੱਥੇ ਏਮਨਾਬਾਦ ਵਿੱਚ ਰਹਿ ਰਹੇ ਆ। ਇੱਕ ਬ੍ਰਾਹਮਣ ਆਇਆ ਉੱਥੇ। ਗੁਰੂ ਸਾਹਿਬ ਜੰਗਲ ਵਿੱਚ ਸੀ ਸਜੇ ਹੋਏ, ਰੋੜਾਂ ਦੀ ਗੁਰ ਕਰੀ ਵਿਛਾਈ। ਆ ਕੇ ਕਹਿਣ ਲੱਗਾ ਜੀ ਇੱਥੇ ਇੱਕ ਰਾਜਾ ਹੈ, ਰਾਜੇ ਦੇ ਕੋਲ ਇੱਕ ਸੰਤਰੀ ਆ, ਸੰਤਰੀ ਦੇ ਨੇੜੇ ਇੱਕ ਮਲਕ ਭਾਗੂ ਨਾਮ ਦਾ ਵਿਅਕਤੀ ਆ, ਉਹਨੇ ਬ੍ਰਹਮ ਭੋਜ ਕੀਤਾ ਤੇ ਤੁਹਾਨੂੰ ਬੁਲਾਇਆ। ਗੁਰੂ ਸਾਹਿਬ ਜੀ ਕਹਿੰਦੇ ਵੀ ਉਹਦਾ ਅਰਥ ਕੀ ਆ ਬ੍ਰਹਮ ਭੋਜ ਦਾ? ਕਹਿਣ ਲੱਗੇ ਉਹਦੇ ਵਿੱਚ ਸਾਰੇ ਬ੍ਰਾਹਮਣਾਂ ਨੂੰ, ਸੰਤਾਂ ਨੂੰ, ਫਕੀਰਾਂ ਨੂੰ ਸੱਦ ਕੇ ਲੰਗਰ ਲਾਇਆ ਜਾਂਦਾ ਤੇ ਤੁਸੀਂ ਵੀ ਆਓ। ਗੁਰੂ ਸਾਹਿਬ ਜੀ ਕਹਿੰਦੇ ਅਸੀਂ ਮਲਕ ਨੂੰ ਜਾਣਦੇ ਨਹੀਂ, ਕੌਣ ਆ ਉਹ ਮਲਕ, ਅਸੀਂ ਨਹੀਂ ਆ ਸਕਦੇ। ਬ੍ਰਾਹਮਣ ਜਿਹੜਾ ਸੀ ਮੁੜ ਆਇਆ, ਆ ਕੇ ਮਲਕ ਨੂੰ ਦੱਸਿਆ ਵੀ ਨਾਨਕ ਤਪਾ, ਇਹ ਸ਼ਬਦ ਵਰਤਿਆ ਕਿ ਉਹ ਕਹਿੰਦਾ ਮੈਂ ਕਿਸੇ ਮਲਕ ਨੂੰ ਨਹੀਂ ਜਾਣਦਾ। ਉਹਨੇ 2 ਗੱਲਾਂ ਵਧਾ ਕੇ ਕਹਿ ਦਿੱਤੀਆਂ। ਉਹ ਕਹਿੰਦੇ ਫਿਰ ਜਾਓ ਉਹਦੇ ਕੋਲੇ, ਆਖੋ ਵੀ ਤੁਹਾਨੂੰ ਆਉਣਾ ਪਵੇਗਾ। ਫਿਰ ਬ੍ਰਾਹਮਣ ਆਇਆ, ਫਿਰ ਕਿਹਾ ਵੀ ਆਉਣਾ ਪਵੇਗਾ। ਤੁਸੀਂ ਇੱਕ ਸ਼ੂਦਰ ਦੇ ਘਰੇ ਰੋਟੀ ਖਾਧੀ ਹੈ, ਜਿਹੜਾ ਘਟੀਆ ਕਿਸਮ ਦਾ ਖਾਣਾ, ਗ੍ਰੰਥ ਵਿੱਚ ਲਿਖਿਆ ਘਟੀਆ ਕਿਸਮ ਦਾ ਖਾਣਾ ਖਾ ਰਹੇ ਹੋ। ਇੱਕ ਖੱਤਰੀ ਹੋ ਗਏ, ਬੇਦੀਆਂ ਦੇ ਪੁੱਤਰ ਹੋ ਗਏ, ਚੰਗੀ ਗੱਲ ਨਹੀਂ ਹੈ ਤੇ ਤੁਹਾਨੂੰ ਚੱਲਣਾ ਪਵੇਗਾ। ਮਲਕ ਬੁਲਾ ਰਿਹਾ। ਗੁਰੂ ਸਾਹਿਬ ਕਹਿ ਰਹੇ ਆ ਮੈਂ ਕਿਸੇ ਮਲਕ ਨੂੰ ਜਾਣਦਾ ਨਹੀਂ, ਕੌਣ ਆ ਮਲਕ ਭਾਗੋ, ਮੈਂ ਨਹੀਂ ਜਾ ਸਕਦਾ। ਇਸ ਕਰਕੇ ਗੱਲ ਘਟੀਆ ਕਿਸਮ ਦੇ ਖਾਣੇ ਦੀ ਨਹੀਂ, ਗੱਲ ਹੱਕ ਦੇ ਖਾਣੇ ਦੀ ਆ, ਇਹ ਆਖਿਆ ਸੀ। ਫਿਰ ਉਹ ਵਾਪਸ ਚਲਿਆ ਜਾਂਦਾ। ਤੀਜੀ ਵਾਰ ਫਿਰ ਮੋੜਤਾ ਜਦੋਂ, ਫਿਰ ਉਹ ਗੁੱਸੇ 'ਚ ਆ ਗਿਆ ਇੰਨਾ। ਉਹ ਕਹਿੰਦਾ ਆਪਦੇ ਬੰਦੇ ਜਿਹੜੇ ਅਹਿਲਕਾਰ ਸੀ, ਰਖਵਾਲੇ, ਅੰਗ ਰੱਖੇ ਕੋ ਭੇਜੇ ਨਾਲ ਵੀ ਧੱਕੇ ਨਾ ਲੈ ਕੇ ਆਓ ਉਹਨੂੰ। ਫਿਰ ਉਹ ਬ੍ਰਾਹਮਣ ਨਾਲ ਗਿਆ। ਕਹਿੰਦਾ ਇਸ ਵਾਰ ਨਾ ਗਏ ਤੇ ਆਹ ਵੇਖੋ ਇਹ ਜਿਹੜੇ ਮੈਂ ਲਿਆਂਦੇ ਹੋਏ ਬੰਦੇ ਆ, ਇਹ ਫੜ ਕੇ ਲੈ ਜਾਣਗੇ। ਤਾਂ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਕਿ ਹਰ ਇੱਕ ਇਨਸਾਨ ਆਜ਼ਾਦ ਪੰਛੀ ਵਿੱਚ ਪਿੰਜਰੇ ਪਾਉਣਾ ਨਹੀਂ ਠੀਕ ਹੁੰਦਾ। ਰੋਟੀ ਆਪਣੇ ਘਰੇ ਹਰੇਕ ਖਾਂਦਾ, ਐਵੇਂ ਰੋਹਬ ਜਮਾਉਣਾ ਨਹੀਂ ਠੀਕ ਹੁੰਦਾ। ਇੱਕੋ ਵਾਹਿਗੁਰੂ ਦੀ ਆਪਾਂ ਹਾਂ ਪਰਜਾ, ਇੱਕੋ ਅੱਲਾ ਦੀ ਆਪਾਂ ਹਾਂ ਪਰਜਾ, ਐਵੇਂ ਰੋਹਬ ਜਮਾਉਣਾ ਨਹੀਂ ਠੀਕ ਹੁੰਦਾ। ਰੱਬ ਰਬਾਬੀਆ ਦਿਲਾਂ ਦੇ ਵਿੱਚ ਵਸਦਾ, ਦਿਲ ਕਿਸੇ ਦਾ ਢਾਉਣਾ ਨਹੀਂ ਠੀਕ ਹੁੰਦਾ। ਕਹਿਣ ਲੱਗੇ ਤੁਸੀਂ ਰੋਹਬ ਜਮਾ ਰਹੇ ਹੋ, ਆ ਕੇ ਭਾਵ ਕਹਿ ਰਹੇ ਹੋ ਬੰਦੀ ਬਣਾ ਲਿਆ ਜਾਊਗਾ। ਗੁਰੂ ਨਾਨਕ ਸਾਹਿਬ ਜੀ ਆਪ ਹੀ ਗਏ, ਫਿਰ ਨਾਲ ਭਾਈ ਲਾਲੋ ਜੀ ਨੂੰ ਵੀ ਲੈ ਲਿਆ। ਉੱਥੇ ਮਲਕ ਭਾਗੋ ਬੜਾ ਹੰਕਾਰ ਵਿੱਚ ਸੀ ਤੇ ਸਭ ਕੁਝ ਚੱਲ ਰਿਹਾ, ਮਾਲ ਪੂੜੇ, ਕੋਈ ਕਮੀ ਨਹੀਂ ਖਾਣ ਪੀਣ ਦੀ। ਸਾਰੇ ਬ੍ਰਾਹਮਣ ਆ ਕੇ ਖਾ ਰਹੇ ਆ। ਗੁਰੂ ਨਾਨਕ ਜੀ ਅੱਗੇ ਥਾਲੀ 'ਚ ਰੱਖ ਕੇ ਪਰੋਸੀਆਂ ਚੀਜ਼ਾਂ ਅੱਗੇ ਕੀਤੀਆਂ, ਕਹਿੰਦੇ ਛਕ ਲਓ। ਘਟੀਆ ਕਿਸਮ ਦਾ ਖਾਣਾ ਖਾ ਰਹੇ ਸੀ, ਇੰਨੇ ਦਿਨ ਹੋ ਗਏ, ਅੱਜ ਵਧੀਆ ਛਕੋ। ਬਾਬੇ ਨੇ ਫਿਰ ਆਖਿਆ ਭਾਈ ਲਾਲੋ ਜੀ ਨੂੰ ਤੁਸੀਂ ਇਉਂ ਕਰੋ, ਘਰ ਵਿੱਚ ਕੋਈ ਰੋਟੀ ਬਚੀ ਆ ਨਾ ਜਿਹੜੀ, ਲੈ ਆਓ। ਇਤਿਹਾਸਕਾਰ ਦੱਸਦੇ ਕੋਦਰੇ ਦੀ ਰੋਟੀ ਸੀਗੀ ਉਹ, ਤੇ ਉਹ ਲੈ ਆਏ ਭਾਈ ਲਾਲੋ ਜੀ। ਉਹ ਵੀ ਡਰ ਰਹੇ ਆ, ਪਰ ਉਹਨਾਂ ਨੂੰ ਬਾਬੇ ਦਾ ਸਹਾਰਾ ਹੁਣ ਗੁਰੂ ਨਾਨਕ ਜੀ ਦਾ, ਲੈ ਆਏ। ਤਾਂ ਉਹ ਰੋਟੀ ਲਾਲੋ ਜੀ ਦੀ ਇੱਕ ਹੱਥ ਵਿੱਚ ਫੜੀ, ਸਭ ਨੇ ਸਾਖੀ ਸੁਣੀ ਆ। ਇੱਕ ਹੱਥ ਵਿੱਚ ਮਲਕ ਭਾਗੋ ਜੀ ਦਾ ਉਹ
ਪਕਵਾਨ ਜਿਹੜਾ ਸੀ ਮਾਲ ਪੂੜਾ ਉਹ ਫੜਿਆ, ਤੇ ਦੋਨਾਂ ਵਿੱਚੋਂ ਹੀ ਧਾਰਾਂ ਵਹੀਆਂ ਨੇ। ਜਦੋਂ ਉਹਨਾਂ ਨੂੰ ਹੱਥ ਵਿੱਚ ਫੜ ਕੇ ਇੱਦਾਂ ਘੁੱਟਿਆ, ਦੋਨਾਂ ਹੱਥਾਂ ਵਿੱਚੋਂ ਧਾਰਾਂ ਵਹੀਆਂ, ਪਰ ਫਰਕ ਬਹੁਤ ਸੀ। ਇੱਕ ਲਹੂ ਦੀ ਧਾਰ ਸੀ, ਇੱਕ ਦੁੱਧ ਦੀ ਧਾਰ ਸੀ। ਕਵੀ ਸੰਤੋਖ ਸਿੰਘ ਜੀ ਲਿਖਦੇ ਆ। ਤੇ ਜਦੋਂ ਇਹ ਕੌਤਕ ਦੇਖਿਆ, ਇੱਕ ਬੰਦੇ ਨੇ ਨਹੀਂ ਦੇਖਿਆ ਇਮਨਾਬਾਦ ਵਿੱਚ, ਬ੍ਰਾਹਮਣਾਂ ਨੇ ਤੱਕਿਆ, ਲੋਕਾਂ ਨੇ ਤੱਕਿਆ, ਕਹਿੰਦੇ ਇਹ ਕੀ ਆ? ਕਹਿੰਦੇ ਬਸ ਇਹ ਵਜ੍ਹਾ ਵਾ ਜਿਹਦੇ ਕਰਕੇ ਤੇਰੇ ਘਰੇ ਭੋਜਨ ਨਹੀਂ ਛਕਣਾ। ਤੂੰ ਪਹਿਲਾਂ ਲੋਕਾਂ ਨੂੰ ਠੱਗਦਾ, ਉਹਨਾਂ ਦੇ ਗਲੇ ਵੱਢਦਾ ਹੈ, ਤੇ ਇਹ ਕਮਾਈ ਖੂਨ ਨਾਲ ਆ ਉਹਨਾਂ ਦੇ, ਗਰੀਬਾਂ ਦੇ। ਇਹ ਨਹੀਂ ਅਸੀਂ ਛਕ ਸਕਦੇ। ਇਹਨਾਂ ਨੂੰ ਛਕਣਾ ਮਾਸ ਦੇ ਛਕਣ ਬਰਾਬਰ। ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਪਰੇ ਜਾ ਮੁਰਦਾਰ ਨ ਖਾਏ। ਮਲਕ ਭਾਗੋ ਨੇ ਜਦੋਂ ਤੱਕਿਆ ਇਹ ਕੌਤਕ, ਉਸ ਵਕਤ ਸਮਝ ਆਈ ਆਮ ਬੰਦੇ ਨਹੀਂ ਇਹ ਕੋਈ, ਇਹ ਪੈਗੰਬਰ ਆ, ਉਸ ਖੁਦਾ ਦੇ ਭੇਜੇ ਹੋਏ। ਫਿਰ ਭਾਵੇਂ ਇੰਨਾ ਜਿਹੜਾ ਹੰਕਾਰ ਵਿੱਚ ਸੀ, ਇੰਨਾ ਵੀ ਉਹਦੀ ਰਾਜੇ ਨਾਲ ਵੀ ਨੇੜਤਾ ਸੀ ਉੱਥੋਂ ਦੇ, ਉਹਦੇ ਕੋਲ ਬਹੁਤ ਪੈਸਾ ਵੀ ਸੀ। ਇੰਨੀਆਂ ਚੀਜ਼ਾਂ ਬਹੁਤ ਹੁੰਦੀਆਂ ਹੰਕਾਰ ਨੂੰ ਪੱਠੇ ਪਾਉਣ ਲਈ, ਬਹੁਤ ਆ। ਉਹਦੀ ਰਾਜੇ ਨਾਲ ਵੀ ਨੇੜਤਾ ਸੀ, ਪੈਸਾ ਵੀ ਬਹੁਤ ਸੀ, ਵੱਡਾ ਮਕਾਨ ਸੀ, ਨੌਕਰ ਸੀ, ਇੰਨੀਆਂ ਚੀਜ਼ਾਂ ਬਹੁਤ ਆ। ਹੰਕਾਰ ਸਿਖਰਾਂ ਦੇ ਸੀ। ਫਿਰ ਵੀ ਉਹ ਉੱਦਾਂ ਹੀ ਰਿਹਾ ਮਲਕ ਭਾਗੋ। ਹੰਕਾਰ ਦੇ ਵਿੱਚ ਹੀ ਦੇਖੀ ਜਾਂਦਾ ਵੀ ਹੋ ਕੀ ਗਿਆ, ਹੋ ਕੀ ਗਿਆ। ਤਾਂ ਗੁਰੂ ਨਾਨਕ ਸਾਹਿਬ ਜੀ ਜਿਹੜੇ ਹਨ, ਉਹਨਾਂ ਨੇ ਜਿਹੜਾ ਬੰਦਾ ਸ਼ਬਦ ਨਾਲ ਨਹੀਂ ਨਾ ਸਮਝਦਾ, ਜੋ ਬੰਦਾ ਸ਼ਬਦ ਨਾਲ ਨਹੀਂ ਸਮਝਦਾ, ਰਬਾਬ ਸੁਣ ਕੇ ਨਹੀਂ ਬਦਲਦਾ, ਉਹਦੇ ਲਈ ਇਹ ਚੀਜ਼ਾਂ ਕੀਤੀਆਂ ਗੁਰੂ ਸਾਹਿਬ ਨੇ। ਉਹਨੂੰ ਪ੍ਰਤੱਖ ਦਿਖਾਇਆ। ਮਲਕ ਭਾਗੋ ਇੰਨਾ ਬਦਲਣ ਵਾਲਾ ਨਹੀਂ ਸੀ, ਬਲੀ ਕੰਧਾਰੀ ਨਹੀਂ ਸੀ ਬਦਲਣ ਵਾਲਾ। ਸੱਜਣ ਠੱਗ ਸ਼ਬਦ ਸੁਣ ਕੇ ਹੀ ਸਮਝ ਗਿਆ। ਸੱਜਣ ਨੂੰ ਬਹੁਤਾ ਕੁਝ ਕਹਿਣ ਦੀ ਲੋੜ ਨਹੀਂ ਪਈ, ਉਹ ਇੱਕ ਸ਼ਬਦ ਸੁਣਿਆ ਉਹਨੇ ਬਦਲ ਗਿਆ। ਨੂਰ ਸ਼ਾਹ ਜਾਦੂਗਰ ਨੇ ਵੀ ਇੱਦਾਂ ਹੀ ਬਦਲ ਗਈ। ਤਾਂ ਕੁਝ ਬੰਦੇ ਹੁੰਦੇ ਆ, ਭਗਤ ਕਬੀਰ ਜੀ ਕਹਿੰਦੇ ਆ, ਸਾਖਤ ਕਾਰੀ ਕਾਂਬਰੀ ਧੋਏ ਹੋਏ ਨਾ ਸੇਤ। ਕਾਲੀ ਕੰਬਲੀ ਹੋਵੇ, ਕੋਈ ਕੰਬਲ ਹੋਵੇ ਕਾਲੇ ਰੰਗ ਦਾ, ਉਹਨੂੰ ਧੋ ਲਓ, ਚਿੱਟਾ ਨਹੀਂ ਕਦੇ ਹੋ ਸਕਦਾ, ਨਿੱਤ ਧੋਈ ਚੱਲੋ ਉਹਨੂੰ। ਕਈ ਬੰਦੇ ਇਹੋ ਜਿਹੇ ਹੁੰਦੇ ਆ, ਸਵਾਨ ਪੂਛ ਜਿਉ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਸਵਾਨ ਕਹਿੰਦੇ ਆ ਕੁੱਤੇ ਨੂੰ। ਕੁੱਤੇ ਦੀ ਪੂਛ ਜਿੱਦਾਂ ਗੁਰੂ ਅਰਜਨ ਦੇਵ ਜੀ ਕਹਿੰਦੇ ਸਿੱਧੀ ਨਹੀਂ ਹੋ ਸਕਦੀ, ਕਈ ਬੰਦੇ ਇਸ ਤਰ੍ਹਾਂ ਹੀ ਸਮਝੋ, ਬਾਣੀ ਦਾ ਵਚਨ ਹੈ। ਸਵਾਨ ਪੂਛ ਜਿਉ ਭਇਓ ਨਾ ਸੂਧੋ, ਬਹੁਤ ਯਤਨ ਮੈਂ ਕੀਨੋ। ਮਨ ਜਿਹੜਾ ਹੈ ਬੰਦੇ ਦਾ ਇੱਕ ਕੁੱਤੇ ਦੀ ਪੂਛ ਦੀ ਤਰ੍ਹਾਂ ਹੈ, ਜਿਹਨੂੰ ਸਿੱਧਾ ਕਰਨ ਲਈ ਗੁਰੂ ਦੀ ਲੋੜ ਪੈਂਦੀ ਆ ਸਿੱਖਾ। ਇਸ ਕਰਕੇ ਹਰ ਇੱਕ ਇਨਸਾਨ ਆਜ਼ਾਦ ਪੰਛੀ ਵਿੱਚ ਪਿੰਜਰੇ ਪਾਉਣਾ ਨਹੀਂ ਠੀਕ ਹੁੰਦਾ। ਰੋਟੀ ਆਪਣੇ ਘਰੇ ਹਰੇਕ ਖਾਂਦਾ, ਐਵੇਂ ਰੋਹਬ ਜਮਾਉਣਾ ਨਹੀਂ ਠੀਕ ਹੁੰਦਾ। ਇੱਕੋ ਵਾਹਿਗੁਰੂ ਦੀ ਆਪਾਂ ਹਾਂ ਪਰਜਾ, ਆਪ ਉੱਚਾ ਕਹਾਉਣਾ ਨਹੀਂ ਠੀਕ ਹੁੰਦਾ। ਰੱਬ ਰਬਾਬੀਆ ਦਿਲਾਂ ਦੇ ਵਿੱਚ ਵਸਦਾ, ਦਿਲ ਕਿਸੇ ਦਾ ਢਾਉਣਾ ਨਹੀਂ ਠੀਕ ਹੁੰਦਾ, ਦਿਲ ਕਿਸੇ ਦਾ ਢਾਉਣਾ ਨਹੀਂ ਠੀਕ ਹੁੰਦਾ। ਜੇ ਤੋ ਪ੍ਰਿਆ ਦੀ ਸਿੱਖ ਯਾਉ ਨ ਠਾਹੇ ਕਹੀਦਾ। ਗੁਰੂ ਨਾਨਕ ਸਾਹਿਬ ਜੀ ਨੇ ਮਲਕ ਭਾਗੋ ਨੂੰ ਚਾਨਣ ਕਰਵਾਇਆ। ਏਮਨਾਬਾਦ ਦੀ ਇਹ ਘਟਨਾ ਹੈ, ਇਹ ਅੱਗੇ ਜਾ ਕੇ ਹੋਰ ਕਈ ਘਟਨਾਵਾਂ ਦੇ ਨਾਲ ਜੁੜਦੀ ਹੈ। ਉਹ ਕੱਲ੍ਹ ਦੇ ਦੀਵਾਨ ਵਿੱਚ ਸਾਂਝ ਪਾਈ ਜਾਵੇਗੀ। ਗੁਰੂ ਸਾਹਿਬ ਕਿਰਪਾ ਕਰਨ, ਕੀਤੀ ਵਿਚਾਰ ਹਿਰਦਿਆਂ 'ਚ ਵਸੇ, ਸ਼ਬਦਾਂ ਦੀ ਕਮਾਈ ਕਰਕੇ ਸੋਹਣੇ ਜੀਵਨ ਵਾਲੀ ਬਣੀਏ, ਵੱਡਿਆਂ ਦਾ ਸਤਿਕਾਰ ਕਰੀਏ। ਨਿਮਰਤਾ ਸਭ ਤੋਂ ਵੱਡਾ ਗੁਣ ਹੈ, ਇਹ ਗੁਣ ਹਿਰਦਿਆਂ ਵਿੱਚ ਲੈ ਕੇ ਆਈਏ। ਭੁੱਲ ਚੁੱਕ ਦੀ ਖਿਮਾ। ਆਓ ਰਲ ਮਿਲ ਕੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਜਪਣਾ ਕਰੀਏ ਜੀ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿਰਦਾਸ